इस साइड तो ਇਹਨਾਂ ਦੇ ਬੈਠਣ ਮੁੱਠਣ ਦਾ ਕੋਈ ਇੰਤਜ਼ਾਮ ਕਰਨਾ ਸੀ, ਕਿੱਥੇ ਬੈਠ ਕੇ ਸੁਣਦੇ। ਕਿੱਥੋਂ ਆਏ ਹੋ? मैंने कंप्लेंट की मेरे हस्बैंड के अगेंस्ट उन्होंने ना मतलब मैंने प्रॉपर्टी की डिमांड करता मैंने घरों कढ़ दिता। मेरे फादर की डैथ हुई मैम, तो मैंने मेरे फादर की डैथ छड्ड गया कार में बिठा के, जी मेरी दाज च दिती थी तो वह भी लिखवा दिता उन्हें कि उन्होंने पेरेंट्स मैम ਕੰਪਲੇਂਟ ਲਿਖ ਕੇ ਗਏ? यस मैम ਇੱਥੇ ਦਿੱਤੀ ਹੋਈ ਹੈ? ਕਦੋਂ ਦੀ ਦਿੱਤੀ ਹੋਈ ਹੈ? मैम हो गए 2-2.5 महीने हो गए मैम। ਇਹਨਾਂ ਨੇ ਕੀ ਕੀਤਾ? मैम हजे पर्चा करवाना मैम। ਇਹਨਾਂ ਨੇ ਕੀਤਾ ਕੀ ਹੈ? कुछ नहीं किया हजे, कुछ नहीं पर्चा करवाना। मैं आईओ चेंज करवाया सी अपना। ਮੈਨੂੰ ਆਈਓ ਚੇਂਜ ਕਰਵਾਉਣ ਦੀ ਜ਼ਰੂਰਤ ਕਿਉਂ ਪਈ? मैम मैंने डाउट सीगा कि शायद ਇਨਫਲੂਐਂਸ ਹੋ ਗਿਆ। ਤੁਹਾਡਾ ਬੱਚੇ ਦਾ ਪਰਚਾ ਦਰਜ ਹੋ ਗਿਆ। ਮੈਨੂੰ ਪਰ ਪਤਾ ਨਹੀਂ 6 ਮਹੀਨੇ ਤੋਂ ਅੱਜ ਤੱਕ ਕਰਾਇਆ 6 ਮਹੀਨੇ ਤੋਂ ਜੀ ਪਰਚਾ ਹੋਇਆ ਪਰ ਕੁਛ ਨਹੀਂ ਬਣਿਆ। ਚਲਾਨ ਨਹੀਂ ਪੇਸ਼ ਹੋਇਆ? ਨਹੀਂ ਮੈਮ ਮੈਂ ਕੁਛ ਨਹੀਂ ਕਰਦੀ। ਬੱਚਾ ਕਿਉਂ ਹੋਇਆ? ਬੱਚੇ ਤੇਰੇ ਛੋਟੇ ਛੋਟੇ। ਹਾਂਜੀ ਮੈਂ ਕਹਿੰਦਾ ਮੈਂ ਰੱਖਣਾ ਨਹੀਂ, ਮੈਨੂੰ ਬਲੌਕ ਕਰਨਾ। ਤੂੰ ਪਰਚਾ ਕਿਉਂ ਕਰਾਤਾ? ਮੈਂ ਜਦੋਂ ਕਹਿੰਦੇ ਉਹਨਾਂ ਨੇ ਨਹੀਂ ਕੀਤਾ ਮੈਮ, ਕਹਿੰਦਾ ਮੈਂ ਰੱਖਣਾ ਨਹੀਂ ਹੈਗਾ, ਮੈਂ ਨਹੀਂ ਰੱਖਣਾ। ਨਹੀਂ ਉਹ ਤਾਂ ਕਹਿੰਦਾ ਮੈਂ ਨਹੀਂ ਰੱਖਣਾ। ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ 2 ਸਾਲ ਵਾਲਿਆਂ ਨੇ ਤੇਰਾ ਪੈਰ ਕੀਤਾ ਸੀ। ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਕਹਿੰਦਾ ਮੈਂ ਨਹੀਂ ਰੱਖਣਾ, ਮੈਂ ਡਿਵੋਰਸ ਹੀ ਲੈਣਾ ਉਹਨਾਂ ਤੂੰ ਤਿਆਰ ਹੈ ਡਿਵੋਰਸ ਦੇ? ਨਹੀਂ ਮੈਮ ਮੈਂ 2 ਬੱਚੇ ਲੈ ਕੇ ਮੈਂ ਕਿੱਥੇ ਇਹ ਤਾਂ ਛੋਟੇ ਚ ਕੇਸ ਕਰਤਾ ਉਹਨੇ? ਨਹੀਂ ਮੈਮ ਪਤਾ ਨਹੀਂ ਉਹਦਾ ਨਹੀਂ ਮੇਰਾ ਕੇਸ ਅੱਛੇ ਹੀ 5 ਸਾਲ ਹੋ ਗਏ। 5 ਸਾਲ ਤੂੰ ਜਾ। ਅੱਛਾ ਬੇਟਾ ਹੁਣ ਜਾ, ਬੱਚੇ ਲੈ ਕੇ ਰੋ ਰਹੇ ਆਪਾਂ ਇਹਦੇ ਚ ਇਹਨਾਂ ਤੋਂ ਅਪਡੇਟ ਲੈਣੇ ਆ। ਤੂੰ ਆਪਣਾ ਫੋਨ ਨੰਬਰ ਲਿਖਿਆ ਆ ਨਾ ਸਾਰਾ? ਅੱਜ ਲਿਖਿਆ ਸੀ ਮੈਂ ਅਨੁਰਾਧ ਦਾ। ਜਾ ਬੱਚੇ ਰੋ ਰਹੇ। ਮੈਡਮ ਬੜੀ ਮਿਹਰਬਾਨੀ ਐਕਸਕਿਊਜ਼ ਮੀ ਮੈਮ, ਮੈਂ ਤੁਹਾਨੂੰ ਚੰਡੀਗੜ੍ਹ ਮਿਲਣ ਆਉਣਾ ਸੀ ਪਰ ਸ਼ੁਕਰ ਹੈ ਤੁਸੀਂ ਇੱਥੇ ਮਿਲ ਗਏ। ਅੱਜ ਅਸੀਂ ਅੰਮ੍ਰਿਤਸਰ ਮੇਰੇ ਹਸਬੰਡ ਇੱਥੇ ਆਏ ਨਾ ਜਦੋਂ ਫਸਟ ਆਈਓ ਦੇ ਕੋਲ, ਤੇ ਉਹ ਕਹਿੰਦੇ ਨਹੀਂ ਮੈਂ ਲੈ ਜਾਊਂਗਾ। ਬਾਅਦ ਵਿੱਚ ਪਤਾ ਨਹੀਂ ਕੀ ਕਿਤੇ ਹੋਈ ਕੀ ਨਹੀਂ, ਤੇ ਬਾਅਦ ਵਿੱਚ ਉਹ ਮੁੱਕਰ ਗਿਆ, ਕਹਿੰਦਾ ਮੈਂ ਹਾਂਜੀ ਉਹ ਤਾਂ ਕੰਪਲੇਂਟ ਤੁਹਾਡਾ ਕੇਸ ਇੱਥੇ ਹੈ ਨਾ? ਮੈਨੂੰ ਦੇਣ ਵਾਸਤੇ ਕੰਪਲੇਂਟ ਲਿਆਏ ਹੋ? ਹੈਗੀ ਹੈ ਵੈਸੇ ਮੇਰੇ ਕੋਲ। ਚਲੋ ਤੁਸੀਂ ਆ ਜਾਓ, ਅੰਦਰ ਗੱਲ ਕਰਦੇ ਆ ਜਾਓ। थोड़ा साइड दो यार। ਤੁਸੀਂ ਮੈਨੂੰ ਇਹ ਲਿਖ ਕੇ ਦਿਓ ਆਈਓ ਬਾਰੇ ਜੋ ਬੋਲ ਰਹੇ ਹੋ। ਤੁਸੀਂ ਕਿੱਥੋਂ ਆਏ? बल्कि थोड़ा आगे हो जा यार, थोड़े ਓਏ ਤੂੰ ਸਾਈਡ ਤੇ ਵਰ ਨਾ ਤੇ ਵਰ ਥੋੜਾ ਸਾਈਡ ਤੇ ਕਰ ਮੜੇ ਭਾਜੀ ਦੀ ਮੇਰਾ ਸਾਈਡ ਹੈ ਭਾਈ, ਸਾਈਡ ਦੇ ਤੁਸੀਂ ਇਧਰੋਂ ਮੜੇ ਫਿਰ ਭਾਜੀ ਇਹਦੀ ਸਾਈਡ ਤੇ ਆ ਜਾਓ। ਮੈਡਮ ਲੱਗ ਲੈਂਦੇ थोड़े पीछे थोड़े पीछे ਸਾਰੇ ਚੜਨ ਆਏ ਕੋਰਟ ਕੇਸ ਸਾਡੇ ਤੋਂ ਉੱਪਰ ਇੱਕ ਪਾਵਰ ਹੈ ਕੋਰਟ ਦੀ। ਬੇਟਾ ਜੇ ਲੀਗਲ ਹੈਲਪ ਦੀ ਜ਼ਰੂਰਤ ਪਈ ਹੈ ਕੋਰਟ ਵਿੱਚ ਅਪੀਲ ਲਗਾਓ। ਵਿਦਆਊਟ ਤੁਹਾਡੇ ਕੰਸੈਂਟ ਤੋਂ ਵੀ ਡਾਈਵੋਰਸ ਨਹੀਂ ਹੋ ਸਕਦਾ। ਇਧਰ ਅੱਗੇ इधर सामने आओ, इधर सामने उधर आओ भाई साहब, सामने ਲੀਗਲ ਹੈਲਪ ਚਾਹੀਦੀ ਹੈ, ਉਹਦੇ ਵਿੱਚ ਤੁਹਾਨੂੰ ਹੈਲਪ ਮਿਲ ਜਾਏਗੀ। ਪਰ ਕੋਰਟ ਦਾ ਡਿਸੀਜਨ ਕਮਿਸ਼ਨ ਕੁਝ ਨਹੀਂ ਕਰ ਸਕਦਾ। ਸਾਡੇ ਅਧਿਕਾਰ ਵਿੱਚ ਨਹੀਂ ਆਉਂਦਾ ਕੋਰਟ ਕੇਸ। ਨਾ ਪੁਲਿਸ ਕੁਝ ਕਰ ਸਕਦੀ, ਨਾ ਮੈਂ ਕੁਝ ਕਰ ਸਕਦੀ। ਬਹੁਤ ਪਰੇਸ਼ਾਨ ਹੋਈ। ਆਈ ਕੈਨ ਅੰਡਰਸਟੈਂਡ ਬੇਟਾ। ਮੇਰੇ ਕੋਲ ਇਹੋ ਜਿਹੇ ਰੋਜ਼ ਉਹਨਾਂ ਦੇ ਕੋਲ ਹੈ, ਮੇਰੀ ਗੱਲ ਨਹੀਂ ਕਰਵਾਉਂਦੇ ਉਹ ਬੇਟੇ ਦੇ ਨਾਲ। ਤੁਸੀਂ ਬੇਟਾ ਅਪੀਲ ਲਗਾਓ ਕਿ ਬੱਚੇ ਦਾ ਤੇ ਗੱਲ ਕਿੰਨੇ ਉਮਰ ਹੈ ਬੱਚੇ ਦੀ? 17 ਸਾਲ ਦਾ ਹੋ ਗਿਆ। ਤੇ ਤੁਸੀਂ ਤੁਹਾਡਾ ਐਡਵੋਕੇਟ ਵੀਕ ਹੈ, ਤੁਸੀਂ ਜਾਂ ਕੁਛ ਬੇਟਾ ਅਪੀਲ ਲਗਾਓ। मिलते हैं ਮੇਰੇ सारे ਕੋਲ ਆਣਾ, ਆਈ ਵਿਲ ਗਾਈਡ ਯੂ। ਮੈਂ ਮਿਲਦੇ ਤੁਹਾਨੂੰ ਸਪੋਰਟ ਕਰਾਂਗੀ ਕਿ ਪਰ ਕੋਰਟ ਕਿਸੇ ਚ ਹੈਲਪ ਨਹੀਂ ਕਰ ਸਕਦੀ। ਤੁਹਾਨੂੰ ਇੱਕ ਰਸਤਾ ਦਿਖਾ ਸਕਦੀ ਆ। ਤੁਹਾਨੂੰ ਤੁਹਾਡੇ ਐਡਵੋਕੇਟ ਨਾਲ ਆਪਾਂ ਗੱਲ ਕਰ ਸਕਦੇ ਆ ਕਿ ਤੁਹਾਡਾ ਕੇਸ ਕਿੱਥੇ ਵੀਕ ਹੋ ਰਿਹਾ ਹੈ, ਕਿਉਂ ਨਹੀਂ ਬੱਚੇ ਨੂੰ ਮਿਲਵਾਉਣ ਦਿੱਤਾ ਜਾ ਰਿਹਾ। ਤਾਂ ਤੁਹਾਡਾ ਰਾਈਟ ਹੈ। ਬੜੇ ਸਾਰੇ ਕਾਨੂੰਨ ਹੋਰ ਨਵੇਂ ਆ ਗਏ ਨੇ ਜਿਹੜੇ ਸਾਡੀ ਬੱਚੀਆਂ ਨੂੰ ਪਤਾ ਹੀ ਨਹੀਂ। ਤੇ ਇੱਥੇ ਨਹੀਂ ਕਿਉਂਕਿ ਕੋਰਟ ਕੇਸ ਹੈ। ਤੁਸੀਂ ਅੱਜ ਵਾਪਸ ਜਾਓ, ਮੇਰੇ ਕੋਲ ਮੁਹਾਲੀ ਆ ਕੇ ਮੈਨੂੰ ਮਿਲਣਾ ਤੇ ਆਪਣੇ ਐਡਵੋਕੇਟ ਦਾ ਨੰਬਰ ਲੈ ਕੇ ਆਣਾ। ਮੈਂ ਉਹਨਾਂ ਨਾਲ ਗੱਲ ਕਰਾਂਗੀ ਤੁਹਾਡੇ ਕੇਸ ਦਾ ਕੀ ਸਟੇਟਸ ਹੈ। ਜੋ ਆਪਾਂ ਕਰ ਸਕਦੇ ਹਾਂ ਤੁਹਾਨੂੰ ਸਪੋਰਟ ਕਰਾਂਗੇ, ਪਰ ਜੋ ਹੋਏਗਾ ਡਿਸੀਜਨ ਬੱਚੇ ਕੋਰਟ ਵਿੱਚ ਹੀ ਹੋਏਗਾ। ਠੀਕ ਹੈ? ਤੁਹਾਨੂੰ ਮੈਂ ਸਾਰਿਆਂ ਨੂੰ ਅੰਦਰ ਬੈਠ ਕੇ ਸੁਣਨੀ ਆ, ਸਾਰਿਆਂ ਨੂੰ ਸੁਣ ਕੇ ਜਾਵਾਂਗੀ। अबे मिलते सारे मिलते हैं। ਮੈਂ ਬੇਟਾ ਤੁਹਾਨੂੰ मिलना है थोड़े ਰੋ ਕਿਉਂ ਰਹੇ ਹੋ? ਮੈਮ ਅਸੀਂ 6ਵੇਂ ਮਹੀਨੇ ਦੀ ਕੰਪਲੇਂਟ ਦਿੱਤੀ ਆ ਥਾਣੇ ਦੇ ਵਿੱਚ, ਮਹਿਲਾ ਥਾਣੇ ਦੇ ਵਿੱਚ। ਅੱਜ 8 ਮਹੀਨੇ ਹੋ ਗਏ ਆ। 8 ਮਹੀਨੇ ਦੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ। ਸੁਰਿੰਦਰ ਕੌਰ ਦੇ ਕੋਲ ਕੇਸ ਸੀ, ਵਾਈਫ ਮੇਰੀ ਪ੍ਰੈਗਨੈਂਟ ਸੀ। ਸਾਨੂੰ 8 ਵਜੇ ਬੁਲਾ ਲੈਣਾ, 10 ਵਜੇ ਸਵੇਰ ਨੂੰ ਆ ਜਾਣਾ, ਸ਼ਾਮ ਨੂੰ ਕਹਿਣਾ ਦੂਜੀ ਪਾਰਟੀ ਤੋਂ ਟਾਈਮ ਨਹੀਂ ਹੈਗਾ ਤੁਸੀਂ ਜਾਓ। ਪ੍ਰੋਬਲਮ ਕੀ ਹੈ ਬੇਟਾ? ਹਰਾਸਮੈਂਟ ਬਹੁਤ ਹੋ ਰਹੀ ਮੈਨੂੰ। ਬਸ ਕੌਣ ਹਰਾਸ ਕੌਣ ਕਰ ਰਿਹਾ ਹੈ? ਯੂਰ ਹਸਬੈਂਡ ਇਜ਼ ਵਿਦ ਯੂ। ਨਹੀਂ ਅਸੀਂ ਦੋਨੇ ਠੀਕ ਆ ਜੀ। ਹਾਂ ਪ੍ਰੋਬਲਮ ਸੱਸ ਕੀ ਹਰਾਸ ਕਰ ਰਹੀ? ਵੀ ਕੱਢਿਆ ਹੋਇਆ ਮੈਨੂੰ। ਦੇਖੋ ਇੱਕ ਮਿੰਟ, ਸੱਸ ਕੀ ਹਰਾਸ ਕਰ ਰਹੀ ਹੈ? ਤੁਸੀਂ ਕੀ ਕੰਮ ਕਰਦੇ ਹੋ? ਮੈਂ ਬਾਹਰੋਂ ਆਇਆ ਰਿਲੇਸ਼ਨ। ਬਾਹਰੋਂ ਅਲੱਗ ਰਹੋ ਨਾ ਆਪਣੀ ਵਾਈਫ ਨੂੰ ਲੈ ਕੇ। ਤੁਹਾਡੀ ਮਦਰ ਕਿਉਂ ਹਰਾਸ ਕਰ ਰਹੀ ਹੈ? ਫੰਡਾਮੈਂਟਲ ਰਾਈਟ ਇਹਦਾ ਹੈ ਆਪਣੀ ਸੈਪਰੇਟ ਰਹੋ। ਆਪਣੀ ਮਦਰ ਨੂੰ ਆਪਣੀ ਜ਼ਿੰਦਗੀ ਜੀਣ ਦਿਓ, ਇਹਨੂੰ ਆਪਣੀ ਜ਼ਿੰਦਗੀ। ਤੁਹਾਡਾ ਰਾਈਟ ਬਣਦਾ ਇਹਨੂੰ ਸਿਕਿਉਰ ਕਰੋ। ਪ੍ਰਾਪਰਟੀ ਮੇਰੇ ਨਾਂ ਤੇ ਸੀ, ਮੇਰੀ ਪ੍ਰਾਪਰਟੀ ਹਰ ਬੁਕਾਨ ਵਾਸਤੇ ਸੁਣੋ ਪ੍ਰਾਪਰਟੀ ਦਾ ਜਿਹੜਾ ਮੈਟਰ ਹੈ ਸਿਵਲ ਕੋਰਟ ਦਾ ਮੈਟਰ ਹੈ। ਇਹ ਕੋਰਟ ਹੀ ਡਿਸਾਈਡ ਕਰੇਗਾ ਪ੍ਰਾਪਰਟੀ ਦਾ। ਸੁਣੋ ਬੇਟਾ ਸੁਣੋ, ਜੇ ਤੁਹਾਡੀ ਇਹ ਐਕਸਪੈਕਟੇਸ਼ਨਸ ਨੇ
ਕਿ ਪ੍ਰਾਪਰਟੀ ਦੇ ਮੈਟਰ ਵਿੱਚ ਇੱਕ ਮਾਪਿਓ ਨੂੰ ਪ੍ਰੋਪਰਟੀ ਨਹੀਂ ਬੁਲਾਵਾਂਗੇ ਸਾਰਿਆਂ ਨੂੰ ਉਹਨਾਂ ਨੇ ਮੇਰੇ ਬੱਚੇ ਦਾ ਕਤਲ ਕੀਤਾ 4.5 ਮਹੀਨੇ ਬਾਹਰ ਆ, ਦੀ ਮੈਂ ਅੰਦਰ ਮਿਲਾ ਥਾਣੇ ਦੇ ਵਿੱਚ ਹੀ ਮੈਡਮ ਅਸੀਂ ਕੰਪਲੇਂਟ ਮੈਨੂੰ ਦੇਣ ਤੋਂ ਇਸੇ ਬਾਅਦ ਥਾਣੇ 'ਚ ਵਾਰਨਿੰਗ ਦਿੱਤੀ ਗਈ ਸੀ ਮੈਂ ਇਸ ਥਾਣੇ 'ਚ ਪੂਰੀਆਂ ਗਰਮੀਆਂ ਕੱਢੀਆਂ ਮੈਂ ਇੱਥੇ ਰਹਿੰਦੀ ਪਈ ਸੀ ਮੈਨੂੰ ਸਵੇਰ ਨੂੰ 10 ਵਜੇ ਬੁਲਾ ਲੈਣਾ 5 ਵਜੇ ਕਹਿਣਾ ਜਾਓ ਉਤੋਂ ਟਾਈਮ ਨਹੀਂ ਹੈ ਨਹੀਂ ਐਸਐਚਓ ਸਾਹਿਬ ਨੂੰ ਵੀ ਕਿਹਾ ਉਹਨਾਂ ਨੇ ਵੀ ਮੇਰੀ ਕੋਈ ਨਹੀਂ ਸੁਣੀ ਨਹੀਂ ਮੈਂ ਨਹੀਂ ਜਦੋਂ ਤੁਹਾਡੀ ਵਾਈਫ ਹੈ ਕੰਪਲੇਂਟ ਕਰ ਰਹੀ ਹੈ, ਇੱਥੇ ਰਹਿੰਦੀ ਸੀ, ਤੁਸੀਂ ਉਸ ਟਾਈਮ ਤੇ ਬਾਹਰ ਸੀ? ਨਹੀਂ ਇੱਥੇ ਸੀ। ਇੱਥੇ ਹੀ ਸੀ। ਤੇ ਤੁਹਾਡੀ ਵਾਈਫ ਆ ਕੇ ਕਿਉਂ ਇੱਥੇ ਰਹਿੰਦੀ ਸੀ? ਅਸੀਂ ਦੋਨੇ ਆਉਂਦੇ ਰਹੇ ਹਾਂ ਜੀ ਸਾਨੂੰ ਹਰਾਸਮੈਂਟ ਉਹ ਕਹਿੰਦੇ ਇਹਨੂੰ ਤਲਾਕ ਦੇ ਫਿਰ ਤੇਰੀ ਸੁਣਵਾਈ ਹੁੰਦੀ ਐਸੇ ਥਾਣੇ ਦੇ ਵਿੱਚ ਗਿਆ ਜੀ। ਬੇਟਾ ਗੱਲ ਸੁਣੋ, ਮੈਂ ਮੰਨਨੀ ਆ ਚਲੋ ਤੁਹਾਡੀ ਹਰਾਸਮੈਂਟ ਹੋਈ ਹੈ, ਪਰ ਤੁਹਾਡਾ ਹਸਬੰਡ ਤੁਹਾਨੂੰ ਲੈ ਕੇ ਸੈਪਰੇਟ ਰਹਿ ਸਕਦਾ ਸੀ। ਇੱਕ ਐਜ਼ ਅ ਸੀਨੀਅਰ ਸਿਟੀਜ਼ਨ ਤੁਸੀਂ ਆਪਣੇ ਪੇਰੈਂਟਸ ਤੋਂ ਬਾਉਂਡ ਨਹੀਂ ਹੈਗੇ, ਉਹ ਤੁਹਾਨੂੰ ਜ਼ਬਰਦਸਤੀ ਆਪਣੇ ਘਰ 'ਚ ਨਹੀਂ ਰੱਖ ਸਕਦੇ। ਪ੍ਰੋਬਲਮ ਸੀ ਬੇਟਾ, ਮੈਂ ਮੰਨਨੀ ਆ ਕਿ ਪ੍ਰੋਬਲਮ ਹੋ ਰਹੀ ਹੋਏਗੀ, ਪਰ ਤੁਹਾਡਾ ਹਸਬੰਡ ਤੁਹਾਡੇ ਨਾਲ ਹੀ ਤੁਹਾਨੂੰ ਲੈ ਕੇ ਸੈਪਰੇਟ ਰਹਿ ਸਕਦਾ ਸੀ। ਮੈਮ ਜਿਹੜੀ ਪ੍ਰਾਪਰਟੀ ਆ ਉਹ ਮੇਰੀ ਖਰੀਦੀ ਹੋਈ ਹੈ, ਮੈਂ ਆਪਣੇ ਮਾਪੇ ਦੇ ਘਰ 'ਚ ਨਹੀਂ ਰਹਿ ਠੀਕ ਹੈ, ਰਿਹਾ। ਉਹ ਤੁਹਾਡਾ ਰਾਈਟ ਹੈ, ਪਰ ਰਾਈਟ ਦਾ ਜਿਹੜਾ ਸਹੀ ਵੇਵ ਹੈ ਉਹ ਪੁਲਿਸ ਸਟੇਸ਼ਨ ਔਰ ਕਮਿਸ਼ਨ ਨਹੀਂ ਹੈ। ਪ੍ਰਾਪਰਟੀ ਨੂੰ ਲੈਣ ਦਾ ਜੇ ਤੁਹਾਡੀ ਖਰੀਦੀ ਹੋਈ ਹੈ, ਕੋਰਟ ਇੱਕ ਸਿਵਲ ਕੋਰਟ ਦਾ ਜਿਹੜਾ ਪ੍ਰਾਪਰਟੀ ਦਾ ਮੈਟਰ ਹੈ, ਤੁਹਾਨੂੰ ਕੋਰਟ 'ਚ ਅਪੀਲ ਲਗਾਣੀ ਪੈਗੀ, ਉੱਤੇ ਪ੍ਰੂਫ ਦੇਣੇ ਪੈਣਗੇ ਜੀ। ਉਹ ਬੇਟਾ ਕੋਰਟ ਹੀ ਡਿਸਾਈਡ ਚਲੋ ਕਰੇਗਾ। ਮੈਮ ਇਹਦਾ ਕੀ ਕਰਨਾ ਹੈ ਬੱਚੇ ਦਾ? ਮੈਂ ਅੱਜ ਮੈਡਮ ਨੂੰ ਮਿਲਿਆ ਬੱਚੇ ਦਾ ਆਪਾਂ ਇਨਵੈਸਟੀਗੇਸ਼ਨ ਕਰਾਵਾਂਗੇ, ਕਿੱਥੇ ਤੁਹਾਡੇ ਨਾਲ ਹਰਾਸਮੈਂਟ ਹੋਈ, ਵੀ ਵਿਲ ਹੈਲਪ ਯੂ, ਪਰ ਰੋਣਾ ਨਹੀਂ, ਰੋ ਕੇ ਤੁਸੀਂ ਵੀਕ ਕਰ ਰਹੇ ਹੋ ਆਪਣੇ ਆਪ ਨੂੰ। ਤੁਸੀਂ ਨਾ ਮੈਂ ਪਹਿਲਾਂ ਬਹੁਤ ਸਟਰੋਂਗ ਸੀ ਜਦੋਂ ਦਾ ਮੇਰੇ ਬੱਚੇ ਨਾਲ ਤਾਂ ਹੋਏ ਤੁਸੀਂ ਹੁਣ ਪ੍ਰੈਗਨੈਂਟ ਹੋ? ਨਹੀਂ, ਅੱਛਾ ਚਲੋ ਫਿਰ ਰੋ ਨਾ, ਤੁਸੀਂ ਮੈਨੂੰ ਡਿਟੇਲ ਦੇ ਦਿਓ। ਕੰਪਲੇਂਟਾਂ ਪਾ ਚੁੱਕੇ ਆ ਕੋਈ ਗੱਲ ਨਹੀਂ। ਬਹੁਤ ਜਗ੍ਹਾ ਯਾ ਬੇਟਾ ਲੇਟੈਸਟ ਕੰਪਲੇਂਟ ਮੇਰੇ ਨਾਮ ਕਿਹੜੀ ਹੈ? ਇੱਧਰ ਆ ਜੀ। ਲਿਆਓ ਜੀ, ਆਪਾਂ ਇਹਦੀ ਰਿਪੋਰਟ ਮੰਗਵਾਉਂਦੇ ਇੱਕ ਆ। ਆ ਡੀਜੀਪੀ ਨੂੰ ਤੁਸੀਂ ਇਹ ਜਿਹੜੀ ਕਮਿਸ਼ਨ ਦੇ ਨਾਮ ਹੈ ਨਾ ਬੇਟਾ, ਉਹ ਦਿਓ, ਹੈਗੀ ਤੁਹਾਡੇ ਕੋਲ? ਹਾਂਜੀ ਆਵੇ ਭੇਜਿਆ ਜੀ, ਇੱਕ ਆ ਭੇਜਿਆ ਜਿਹੜਾ ਇੱਕ ਦਿਓ, ਇੱਕ ਦਿਓ ਇੱਕ ਕੋਈ ਗੱਲ ਬੱਚੇ, ਨਹੀਂ। ਇੱਕ ਦਿਓ ਨਾ ਬਸ। ਪ੍ਰਾਪਰਟੀ ਵਾਲੇ ਮੈਟਰ ਮੈਂ ਨਹੀਂ ਦੇਖਾਂਗੀ, Okay. ਉਹ ਤੁਹਾਡੀ ਵਾਈਫ ਦਾ ਜਿਹੜਾ ਇੱਕ ਸ਼ਿਕਾਇਤ ਹੈਗੀ ਉਹਨੂੰ ਲੈ ਕੇ ਆਪਾਂ ਇਨਕੁਆਇਰੀ ਕਰਾਂਗੇ, ਠੀਕ ਹੈ? ਰੋਣਾ ਨਹੀਂ, ਸਟਰੋਂਗ ਜਾਓ। ਥੋੜਾ ਪਿੱਛੇ ਹੋ ਜਾਓ। मुझे पढ़ो। हाँ जी हाँ जी हाँ जी। आज यहाँ पे आपकी हेयरिंग है? नहीं। हाँ तो मैंने तो आपको अच्छा तो मिल तो हमने ऑफिस में ही लिया था, चिंता मत करो आप। मैं केस अब इलेक्शन की वजह से सारा एडमिनिस्ट्रेशन स्टाफ बिजी था ना, तो मैं केस यहाँ भेजूंगी। आज मैं उनसे पूछूंगी भी आपके केस का क्या स्टेटस है। वेट कीजिए, विश्वास रखा ਇੱਥੇ ਭੇਜੀ ਹੋਏਗੀ ਮਾਤਾ ਜੀ, ਉਹ ਇਲੈਕਸ਼ਨ ਕਰਕੇ ਸਾਰੇ ਬਿਜੀ ਸੀ ਨਾ ਉਸ ਚੀਜ਼ ਨੂੰ, ਲੇਕਿਨ ਬੱਚਿਆਂ ਦੇ ਪੇਪਰ ਸ਼ੁਰੂ ਹੈਗੇ। ਸਾਡੀ ਪ੍ਰੋਬਲਮ ਕੀ ਸੀ? ਮੇਰੇ ਕਰਕੇ ਮੇਰੇ ਹਸਬੰਦ ਉਹ ਮੰਡੀ ਗੋਬਿੰਦਗੜ੍ਹ ਦੇ ਨੇ ਤੇ ਮੇਰੇ ਕੋਲ ਦਸੰਬਰ ਕੰਮ ਕੀ ਕਰਦਾ? ਉਹਦਾ ਸਕ੍ਰੈਪ ਬੇਟਾ ਤੁਹਾਡੀ ਸਕ੍ਰੈਪ ਦਾ ਕੰਮ, ਫੇਸ ਨਾ ਆਏ ਮੀਡੀਆ ਐਡੀਟਰ ਸਕ੍ਰੈਪ ਦਾ ਕਰ ਦਿੰਦੇ। ਅੱਛਾ ਸਕ੍ਰੈਪ ਦਾ ਕਰਦੇ। ਠੀਕ ਹੈ, ਤੁਸੀਂ ਇੱਥੇ ਮੈਨੂੰ ਕੰਪਲੇਂਟ ਦਸੰਬਰ ਵਿੱਚ ਦਿੱਤੀ ਸੀ, ਅਸੀਂ ਭੇਜਦੇ ਹੋਏ। ਤੁਹਾਡਾ ਇਹ ਪੈਂਦਾ ਵੇ ਏਰੀਆ, ਇਹ ਪੈਂਦਾ ਇਹ ਮੇਰੇ ਪੇਕੇ ਫਤਿਹਗੜ੍ਹ ਪੈਂਦਾ ਹੈ ਨਾ, ਤੇ ਤੁਸੀਂ ਕਾਪੀ ਲੈ ਕੇ ਆਏ ਹੋ? ਆਪਾਂ ਲਿੰਕ ਕਰ ਦਿੰਦੇ ਨਾਲ। ਨਹੀਂ, ਉਹ ਤੁਹਾਡੇ ਕੋਲ ਹੀ ਹੈ ਉੱਥੇ। ਤੁਸੀਂ ਨਾ ਅਭੀ ਨੋਟ ਤੁਸੀਂ ਫਿਰ ਦੁਬਾਰਾ ਤੋਂ ਜਾਂ ਤਾਂ ਮੈਨੂੰ ਇੱਕ ਰਿਮਾਈਂਡਰ ਪਾ ਦਿਓ, ਪਰ ਆਪਾਂ ਭੇਜਤੀ ਹੋਏਗੀ, ਵੇਟ ਕਰ ਲਓ, ਠੀਕ ਹੈ? ਵੈਸੇ ਸਾਨੂੰ ਇੱਕ ਫਤਿਹਗੜ੍ਹ ਤੋਂ ਫੋਨ ਆਇਆ ਸੀ। ਆਇਆ ਤੇ ਜਾਓ, ਪਰ ਅਸੀਂ ਭੇਜੀਏ ਤੇ ਤੁਹਾਨੂੰ ਫੋਨ ਆਇਆ ਨਾ, ਤੁਸੀਂ ਜਾ ਕੇ ਆਪਣੇ ਬਿਆਨ ਕਰਾ ਕੇ ਆਓ। ਉਹਦੇ ਵਿੱਚ ਸਿਰਫ ਉਹਨਾਂ ਨੇ ਸਾਨੂੰ ਇਹ ਪੁੱਛਿਆ ਸੀਗਾ ਵੀ ਉਹਨਾਂ ਬਾਰੇ ਪੁੱਛਿਆ ਨਾ, ਸਾਨੂੰ ਰਿਪੋਰਟ ਭੇਜਣਗੇ, ਸਾਨੂੰ ਰਿਪੋਰਟ ਆ ਲੈਣ ਤੋਂ ਉਸ ਤੋਂ ਬਾਅਦ ਤੁਹਾਡੀ ਹੈਲਪ ਹੋਏਗੀ। ਇੱਕ ਗੱਲ ਮੈਂ ਸਭ ਨੂੰ ਕਹਾਂਗੀ, ਜੇ ਕੇਸ ਮੈਂ ਪੁਲਿਸ ਸਟੇਸ਼ਨਾਂ 'ਚ ਭੇਜ ਰਹੀ ਹਾਂ, ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਾਡੀ ਸੈਟੀਸਫੈਕਸ਼ਨ ਹੋ ਰਹੀ, ਮੇਰੇ ਕੋਲ ਦੁਬਾਰਾ ਇਹਨਾਂ ਦੀ ਰਿਪੋਰਟ ਆਏਗੀ। ਕਈ ਵਾਰੀ ਪੁਲਿਸ ਨੂੰ ਵੀ ਕਈ ਕੰਪਲੇਨੈਂਟ ਮੰਨਣਾ ਹੀ ਨਹੀਂ ਚਾਹੁੰਦੇ, ਤੇ ਮੈਂ ਉਹ ਦੁਬਾਰਾ ਹੀਅਰਿੰਗ ਰੱਖਦੀ ਆ, ਮੇਰੇ ਕੋਲ ਰਿਪੋਰਟ ਭੇਜਦੇ ਨੇ। ਚਿੰਤਾ ਨਾ ਕਰੋ, ਤੁਹਾਡੇ ਕੋਲ ਆਈ ਹੈ, ਆਪਣੇ ਬਿਆਨ ਦੇ ਕੇ ਸਾਡੀ ਸੁਣਵਾਈ ਹੁੰਦੀ। ਇੱਧਰ ਸਾਡੇ ਦਿਹਾਤੀ 'ਚ ਸਾਡਾ ਕੇਸ ਤਾਂ ਮੈਂ ਮੇਰੀ ਸੱਸ ਨੇ ਅਬੋਰਸ਼ਨ ਕਰਵਾ ਦਿੱਤਾ ਸੀਗਾ ਤੀਸਰੇ ਮੈਡਮ ਇੱਧਰ ਆ ਜਾਓ, ਸਾਈਡ ਮਿਲਾਉਂਦੇ ਅੰਦਰ ਆਓ। ਜ਼ਬਰਦਸਤੀ ਕਿਸ ਤਰ੍ਹਾਂ ਅਬੋਰਸ਼ਨ ਕਰਾਤਾ? ਮੈਮ ਉਹਨਾਂ ਨੇ ਮੇਰੀ ਦਵਾਈ ਉਛਾਲਦੀ ਸੀ ਫਗਵਾੜੇ ਤੋਂ, ਤਾਂ ਮੈਂ ਜਲੰਧਰ ਲਿਆ ਕੇ ਅਬੋਰਸ਼ਨ ਕਰਵਾ ਘਰ ਵਾਲਾ ਘਰ ਵਾਲਾ ਬਾਹਰ ਆ, ਫੋਨ ਵੀ ਨਹੀਂ ਕਰਦਾ। ਮੈਂ 5 ਮਹੀਨੇ ਉੱਥੇ ਰਹੀ ਸੀਗੀ। ਤੁਸੀਂ ਐਨਆਰਆਈ ਕਮਿਸ਼ਨ ਵਿੱਚ ਉੱਥੇ ਐਨਆਰਆਈ ਸੈੱਲ ਤੇ ਕੰਪਲੇਂਟ ਕੀਤੀ? ਕਰੋ ਨਾ, ਉੱਥੇ ਵੀ ਕਰੋ। ਤੁਹਾਨੂੰ ਆਪਾਂ ਈਮੇਲ ਕੀਤੀ। ਬੇਟਾ ਮੈਨੂੰ ਈਮੇਲ ਕੀਤੀ, ਜਿਹੜਾ ਤੁਹਾਡਾ ਹਸਬੰਡ ਬਾਹਰ ਹੈ ਐਨਆਰਆਈ ਸੈੱਲ ਦੀ Face office ਹੈਗਾ ਮੋਹਾਲੀ। ਉੱਥੇ 7 ਫੇਸਿਸ ਮੋਹਾਲੀ ਆਫਿਸ, ਉੱਥੇ ਵੀ ਕੰਪਲੇਂਟ ਮੈਮ ਕਰੋ। ਸਾਨੂੰ ਇੱਥੋਂ ਵੀ ਮੈਡਮ ਕਹਿੰਦੇ ਆ ਕਿ ਤੁਸੀਂ ਡਿਵੋਰਸ ਦੇ ਦਿਓ। ਅੱਜ ਸਾਡੀ ਤਰੀਕ ਕੌਣ ਮੈਡਮ ਕਹਿੰਦੇ? ਸੰਤੋਸ਼ ਮੈਮ ਆ ਇੱਧਰ। ਡਾਈਵੋਰਸ ਕਿਉਂ? ਹਾਂਜੀ, ਤਲਾਕ ਮੰਗਦੇ ਜੀ ਉਹਨਾਂ ਦੀ ਸੁਣਵਾਈ ਕਰਦੇ, ਸਾਡੀ ਨਹੀਂ ਕਰਦੇ। ਚਲੋ ਅੰਦਰ ਬੈਠ ਕੇ ਸੁਣਦੇ ਮੈਡਮ ਸਾਹਿਬ। ਤੁਸੀਂ ਠੀਕ ਹੈ, ਆ ਜਾਓ ਫਿਰ।
ਬੁਲਾਓ ਰਿਕਾਰਡ ਦੇ ਦਿਓ ਮੈਨੂੰ ਇੱਥੇ ਦਾ ਮਾਈਕ ਅੰਚਲ ਮਾਈਕ ਤੁਸੀਂ ਇੱਥੇ ਦੇ ਵੂਮਨ ਸੈਲ ਦੇ ਇੰਚਾਰਜ ਤੁਸੀਂ ਤੁਹਾਡੀ ਪੋਸਟਿੰਗ ਜਦੋਂ ਹੋਈ ਇੱਥੇ ਸਰ ਮੇਰੇ ਇਲੈਕਸ਼ਨ ਪਹਿਲੇ ਕਿੱਥੇ ਸੀ ਤੁਹਾਡੀ ਸਰ ਮੈਂ ਅੰਮ੍ਰਿਤਸਰ ਸੀ ਜੀ ਸਰ ਅੰਮ੍ਰਿਤਸਰ ਦੇ ਮੈਂ ਬਹੁਤ ਅਦਾਲਤਾਂ ਕੀਤੀਆਂ ਨੇ ਤੁਸੀਂ ਮੈਨੂੰ ਮਿਲੇ ਹੋਗੇ ਅੰਮ੍ਰਿਤਸਰ ਸਰ ਮੇਰੇ ਨਾਲ ਮੈਡਮ ਨੇ ਇੰਸਪੈਕਟਰ ਸ਼ਰਨਜੀਤ ਮੈਂ ਸਾਈਡ ਤੇ ਮੇਰਾ ਸਾਂਝ ਕੇ ਅੰਦਰ ਤੇ ਕਿੰਨੀਆਂ ਇੱਥੇ ਕੰਪਲੇਂਟਸ ਨੇ ਤੁਹਾਨੂੰ ਪਤਾ ਹੈ ਸਭ ਤੋਂ ਜ਼ਿਆਦਾ ਸਾਡੇ ਕੋਲ ਕੰਪਲੇਂਟਸ ਲੁਧਿਆਣਾ ਜਲੰਧਰ और एक मोगा ਤੇ ਫਿਰੋਜ਼ਪੁਰ ਅੰਮ੍ਰਿਤਸਰ ਘਾਟਾ ਸਰ ਅੰਮ੍ਰਿਤਸਰ ਘੱਟ ਇਸ ਕਰਕੇ ਕਿ ਮੇਰੀ ਵਿਜ਼ਿਟਸ ਬਹੁਤ ਨੇ ਮੇਰੀ ਵਿਜ਼ਿਟਸ ਬਹੁਤ ਨੇ ਪਤਾ ਸਰ ਤੁਸੀਂ ਮੈਨੂੰ ਰਿਕਾਰਡ ਦਿਓ ਕਿ ਹੁਣ ਕੀ ਇਲੈਕਸ਼ਨ ਡਿਊਟੀ ਦਾ ਪ੍ਰੈਸ਼ਰ ਹੁਣ ਘੱਟ ਹੋ ਗਿਆ ਖਤਮ ਹੋ ਗਿਆ ਤਾਂ ਹੀ ਮੈਂ 4 ਦਿਨ ਬਾਅਦ ਆਈ ਹਾਂ ਕਿੰਨੀਆਂ ਕੰਪਲੇਂਟਸ ਨੇ ਕਿਹਦੇ ਆਓ ਅਸੀਂ ਮਸੂਲ ਹਾਂ ਇਹ ਸਾਲ ਦਾ ਹੈ ਸਰ 2021 ਤੇ 22 ਦਾ ਉਸ ਤੋਂ ਬਾਅਦ ਸਰ ਕੁੱਲ ਆ ਗਿਆ 2273 ਨਿਪਟਾਰਾ ਸਰ 1431 ਪੈਂਡਿੰਗ ਸਰ 4842 ਜਿਹੜੀ 1451 ਤੁਸੀਂ ਰਿਜ਼ੋਲਵ ਕੀਤੀਆਂ ਨੇ ਤੇ ਇਹਦਾ ਤੁਹਾਡੇ ਕੋਲ ਰਿਕਾਰਡ ਹੈਗਾ ਕਿ ਪੈਚਅਪ ਕਰਵਾਇਆ ਐਫ ਆਈ ਆਰ ਕਿੰਨੀਆਂ ਕੀਤੀਆਂ ਨੇ FIR ਪਿਛਲੀਆਂ 143 ਮਹਿਸੂਸ ਸਰ ਕਦਮ ਜਿਹੜੇ ਜਨਵਰੀ ਫਰਵਰੀ ਦੇਖੋ ਮੇਰੇ ਕੋਲ ਨਾ ਜਿਹੜੀਆਂ ਲੇਟੈਸਟ ਕੰਪਲੇਂਟਸ ਆ ਰਹੀਆਂ ਨੇ ਨਾ ਜੀ ਸਰ ਅਗੇਂਸਟ ਐਡਮਿਨ ਪੁਲਿਸ ਡਿਪਾਰਟਮੈਂਟ ਦੇ ਹੀ ਆ ਰਹੀਆਂ ਨੇ ਮੈਂ ਇੱਥੋਂ ਕਮਿਸ਼ਨ ਤੋਂ ਜਿਹੜੀਆਂ ਕੰਪਲੇਂਟਸ ਭੇਜਦੀ ਆ ਨਾ ਜੀ ਸਰ ਪੁਲਿਸ ਸਿੱਧੀ ਐਫ ਆਈ ਆਰ ਹੀ ਕਰੀ ਜਾ ਰਹੀ ਹੈ ਮੇਰਾ ਕੰਸਰਨ ਐਫ ਆਈ ਆਰ ਵਿੱਚ ਮੈਂ ਨਹੀਂ ਚਾਹੁੰਦੀ ਕਿਸੇ ਦੇ ਖਿਲਾਫ ਐਫ ਆਈ ਆਰ ਪਰ ਮੈਨੂੰ ਪੂਰੇ ਪੰਜਾਬ ਚੋਂ ਇਸ ਟਾਈਮ ਬੜੀਆਂ ਕੰਪਲੇਂਟਸ ਆ ਰਹੀਆਂ ਨੇ ਕੁੜੀਆਂ ਮੇਰੇ ਕੋਲ ਐਫ ਆਈ ਆਰ ਲੈ ਕੇ ਆ ਰਹੀਆਂ ਨੇ ਮੈਡਮ ਐਫ ਆਈ ਆਰ ਨਹੀਂ ਕਰਨੀ ਹੈ ਤੁਸੀਂ ਕਾਉਂਸਲਿੰਗ ਕਰੋ ਮੈਂ ਚੇਅਰਪਰਸਨ ਕਾਉਂਸਲਰ ਬਣ ਚੁੱਕੀ ਹਾਂ ਰੀਜ਼ਨ ਸਿਰਫ ਪੁਲਿਸ ਹੈ ਮੈਂ ਬਹੁਤ ਅਨੋਇਡ ਹੋਈ ਪਈ ਹਾਂ ਇਸ ਟਾਈਮ ਤੇ ਕਿ ਮੈਂ ਚਲੋ ਆਪਣੀ ਇਮੋਸ਼ਨਸ ਨਾਲ ਰਿਲੇਟ ਕਰਕੇ ਰੋਜ਼ ਮੈਂ ਬਿਮਾਰ ਹੋ ਰਹੀ ਹਾਂ ਐਂਜ਼ਾਈਟੀ ਮੈਨੂੰ ਹੋ ਗਈ ਹੈ ਅਸਥਮੈਟਿਕ ਪ੍ਰੋਬਲਮਸ ਮੈਨੂੰ ਹੋ ਰਹੀਆਂ ਨੇ ਬੋਲ ਕੇ ਕਾਉਂਸਲਿੰਗ ਚਲੋ ਮੈਨੂੰ ਇਹ ਆਪਣੀ ਇਹ ਮੇਰੇ ਪੈਸ਼ਨ ਹੈ ਇੱਕ ਕੰਸਰਨ ਹੈ ਆਪਣੇ ਯੂਥ ਲਈ ਆਪਣੀ ਔਰਤਾਂ ਲਈ ਪਰ ਪੁਲਿਸ ਜੋ ਕਰ ਰਹੀ ਹੈ ਬਿਲਕੁਲ ਗਲਤ ਕਰ ਰਹੀ ਹੈ ਕਿ ਕਮਿਸ਼ਨ ਦੀ ਬੇਜ਼ੀਆਂ ਕੰਪਲੇਂਟਸ ਉੱਤੇ ਆਪਣੇ ਸਿਰ ਤੋਂ ਲਾਣ ਵਾਸਤੇ ਕਿ ਕਾਉਂਸਲਿੰਗ ਨਹੀਂ ਕਰਨਾ ਚਾਹੁੰਦੀ ਸਿੱਧੀ ਐਫ ਆਈ ਆਰ ਕਰੀ ਜਾ ਰਹੀ ਹੈ ਕੁਛ ਹੈ ਕੁਝ ਕੇਸਿਸ ਨੇ ਜਿੰਦੇ ਸਿੱਧਾ ਪੈਚਅਪ ਹੈ ਮੈਂ ਵੀ ਤੇ ਕਰਵਾਨੀ ਆ ਰੋਜ਼ ਤੋਂ 2 ਤੋਂ 3 ਪੈਚਅਪ ਮੈਂ ਕਰਵਾ ਰਹੀ ਹਾਂ ਪਰ ਤੁਹਾਡੇ ਲੋਕਾਂ ਦੀ ਡਿਊਟੀ ਮੈਂ ਤੇ ਇੱਕ ਨੋਮੀਨੇਟ ਪੋਸਟ ਤੇ ਵਾਂ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਡਿਊਟੀ ਹੈ ਉਹਨਾਂ ਦੀ ਡਿਊਟੀ ਚਾਹੀਏ ਸਿਖਾਇਆ ਹੈ ਕਿ ਤੁਸੀਂ ਪਹਿਲੇ ਕਿਸੇ ਦਾ ਘਰ ਨਾ ਟੁੱਟੋ ਸਾਡੇ ਪੰਜਾਬ ਦਾ ਜਿਹੜਾ ਕਲਚਰ ਹੈ ਇੱਕ ਵਾਰੀ ਥਾਣੇ 'ਚ ਐਫ ਆਈ ਆਰ ਹੋ ਗਈ ਜਿਹੜੀਆਂ ਕੁੜੀਆਂ ਮੇਰੇ ਕੋਲ ਐਫ ਆਈ ਆਰ ਲੈ ਕੇ ਆਈ ਜਾ ਰਹੀਆਂ ਨੇ ਨਾ ਪੰਜਾਬ ਮੇਰੇ ਲਈ ਸਿਰ ਦਰਦੀ ਬਣ ਗਿਆ ਉਹ ਕਿ ਪਹਿਲੇ ਤੇ ਕਾਉਂਸਲਿੰਗ ਕਰਾਂ ਮੈਨੂੰ ਇੰਨੇ ਝੂਠ ਬੋਲਨੇ ਪੈਂਦੇ ਨੇ ਦੂਜੇ ਮੁੰਡੇ ਵਾਲਿਆਂ ਨੂੰ ਕਿ ਨਹੀਂ ਇਹਦਾ ਕੰਸਰਨ ਘਰ ਬਸਾਣਾ ਸੀ ਪਿਆਰ ਕਰਦੀ ਹੈ ਤੇਰੇ ਨਾਲ ਇਹ ਔਰ ਮੈਂ ਕਰਦੀ ਆ ਕਿ ਮੈਨੂੰ ਕੁੜੀਆਂ ਰੋ ਰਹੀਆਂ ਨੇ ਕਿਉਂਕਿ ਮੈਂ ਕਿਸੇ ਵੀ ਕੰਪਲੇਂਟ ਤੇ ਲਿਖ ਕੇ ਤੁਸੀਂ ਮੇਰੀ ਇੱਥੇ ਕੋਈ ਭੇਜੀ ਹੋਈ ਕੰਪਲੇਂਟ ਦੇ ਕੱਢ ਕੇ ਦਿਖਾਓ ਮੈਨੂੰ ਸਰ ਮੇਰੀ ਪ੍ਰੈਗਨੈਂਸੀ ਵਿੱਚ ਕੋਈ ਕੰਪਲੇਂਟ ਨਹੀਂ ਮੈਂ ਦੇਖੋ ਯੂ ਆਰ ਦਾ ਆਫੀਸਰ ਨਾਓ ਔਨ ਡਿਊਟੀ ਦਿਸ ਇਜ਼ ਯੋਰ ਰਿਸਪੌਂਸਿਬਿਲਿਟੀ ਮੈਨੂੰ ਮੇਰੀ ਕੰਪਲੇਂਟਸ ਦਾ ਡਾਟਾ ਤੇ ਕੱਢ ਕੇ ਦਿਖਾਓ ਲਿਆਓ ਮੈਂ ਤੁਹਾਨੂੰ ਦਿਖਾਵਾਂ ਮੇਰਾ ਕੰਸਰਨ ਕੀ ਹੁੰਦਾ ਕੋਈ ਸਰਦੀ ਕੰਪਲੇਂਟ ਆਈ ਹੋਵੇ ਉਧਰੋਂ मेरा कंसर्न है ये घर जोड़ो काउंसलिंग करो नहीं होंदी मेरे को वापस भेजो एफ आई आर सानू लूप विच लेके करो सानू दसो कुड़ियां दे जदों एफ आई आर हो जावे साडे पंजाब दा कल्चर है भी पिंडां तो लोग आंदे शहरां तो आंदे पढ़ियां लिखियां कुड़ियां दी कंप्लेंट्स आ रहीਆਂ ਨੇ लोकी अनाइड हो जांदे मुंडा कुड़ी दोनों च ही आ जांदा कि हाय एफ आई आर हो गई पर बड़ी बड़ी चीज है वाकई एफ आई आर होना जी सर सानू लूप विच लेके करो ਸਾਨੂੰ ਇੱਕ ਵਾਰੀ ਰਿਪੋਰਟ ਭੇਜੋ 2-2 3-3 ਮਹੀਨੇ ਤੱਕ ਰਿਪੋਰਟਾਂ ਹੀ ਨਹੀਂ ਆਉਂਦੀਆਂ ਲੋਕੀ ਦੇਖੋ ਬਾਹਰ ਕਹਿੰਦੇ ਪਏ ਥਾਣਿਆਂ ਚੋਂ ਲੋਕੀ ਥੱਕ ਕੇ ਠੀਕ ਹੈ ਆਈ ਕੈਨ ਅੰਡਰਸਟੈਂਡ ਯੂਅਰ ਪੋਜੀਸ਼ਨ ਆਲਸੋ ਕਿ ਬਹੁਤ ਪ੍ਰੈਸ਼ਰ ਹੈ ਕੰਮ ਦਾ ਨਹੀਂ ਮੈਨੇਜ ਹੋ ਪਾ ਰਿਹਾ ਸਟਾਫ ਦੀ ਕਮੀ ਹੈ ਸਭ ਚੀਜ਼ਾਂ ਨੂੰ ਦੇਖਦੇ ਹੋਏ ਵੀ ਮੈਂ ਥੱਕ ਗਈ ਹਾਂ ਮੇਰੇ ਵੱਸ ਦੀ ਹੁਣ ਗੱਲ ਹੀ ਨਹੀਂ ਰਹੀ ਕਿੰਨਾ ਕਰਾਂ ਮੈਂ ਸਟਾਫ ਸਾਡੇ ਕੋਲ ਨਹੀਂ ਹੈਗਾ ਪ੍ਰੋਬਲਮਸ ਅਸੀਂ ਵੀ ਵਿਕਟਿਮ ਮੈਂ ਖੁਦ ਆਪਾਂ ਬਣੀ ਜਾ ਰਹੇ ਹਾਂ ਪਰ ਸਹਿਯੋਗ ਤੇ ਕਰੋ ਸਾਡੀ ਇਹ ਮੋਰਲ ਡਿਊਟੀ ਬਣਦੀ ਹੈ ਕੱਲੀ ਮੇਰੀ ਡਿਊਟੀ ਕਿਉਂ ਆਈ ਐਮ ਨਾਟ ਅ ਗਵਰਨਮੈਂਟ EMPLOYE ਸਿਰਫ ਇੱਕ ਟਾਈਮ ਪੀਰੀਅਡ ਤੱਕ ਪੋਸਟ ਤੇ
ਬੈਠੀ ਆ। ਤੁਹਾਡਾ ਜਿਹੜਾ ਫਸਟ ਇੱਕ ਡਿਊਟੀ ਮੋਰਲ ਡਿਊਟੀ ਬਣਦੀ ਹੈ ਲੋਕਾਂ ਨੂੰ ਸਪੋਰਟ ਕਰੀਏ। ਲੋਕੀ ਕਿਉਂ ਵਾਰ-ਵਾਰ ਵਾਪਸ ਆਈ ਜਾ ਰਹੇ ਨੇ, ਮੈਡਮ ਥਾਣੇ ਨਹੀਂ ਜਾਣਾ, ਥਾਣੇ ਨਹੀਂ ਜਾਣਾ, ਕਿੱਥੇ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਜਾਵਾਂ? ਨਹੀਂ, ਸਾਰਾ ਕੁਝ ਸਰਕਾਰ ਸਪੋਰਟ ਕਰਦੀ ਨਹੀਂ ਚਾਹੁੰਦੇ, ਲੋਕੀ ਪੋਲੀਟੀਕਲ ਨੁਮਾਇੰਦੇ ਨਹੀਂ ਚਾਹੁੰਦੇ ਔਰਤ ਨੂੰ ਐਮਪਾਵਰ ਹੁੰਦੇ ਦੇਖਦੇ। ਘਰ ਟੁੱਟੀ ਜਾ ਰਹੇ ਨੇ, ਸਾਡਾ ਪੰਜਾਬ ਕਿੱਥੇ ਜਾਈ ਜਾ ਰਿਹਾ। ਤੁਸੀਂ ਲੋਕ ਡਿਊਟੀ ਤੇ ਹੋ, ਫੀਮੇਲ ਹੋ, ਇੰਚਾਰਜ ਹੋ, ਤੁਸੀਂ ਥੋੜਾ ਜਿਹਾ ਦਰਦ ਸਮਝੋ। ਠੀਕ ਸਰ। ਮੇਰੀ ਕੰਪਲੇਂਟ ਕੋਈ ਵੀ ਦਿਖਾਓ ਕੱਢ ਕੇ, ਕਿਸੇ ਤੇ ਮੈਂ ਲਿਖਿਆ ਹੋਵੇ ਰਿਕਮੈਂਡਡ ਬਾय FIR ਬਾय ਮਨੀਸ਼ਾ ਗੁਲਾਟੀ, ਕਿਸੇ ਤੇ ਨਹੀਂ ਹੋਏਗਾ। ਇਹ ਮਿਸਯੂਜ਼ ਹੋ ਰਿਹਾ ਮੇਰੀ ਚੇਅਰ। ਨਹੀਂ ਸਰ, ਸਾਡੇ ਰਿਕਾਰਡ 'ਚ ਨਹੀਂ ਹੈਗੀ। ਨਹੀਂ ਹੈ ਨਾ, ਕਿਤੇ ਵੀ ਪੰਜਾਬ ਵਿੱਚ ਨਹੀਂ ਹੈਗਾ, ਪਰ ਮੇਰੇ ਨਾਮ ਮੈਨੂੰ ਐਕਸਪੀਰੀਅੰਸ ਹੋ ਚੁੱਕਾ ਹੈ। ਮੈਨੂੰ ਜੇ ਪਤਾ ਚੱਲ ਗਿਆ ਪੰਜਾਬ ਚੋ ਮੇਰੇ ਨਾਮ ਤੋਂ ਕਿਸੇ ਨੇ ਕਿਹਾ ਕੰਪਲੇਨੈਂਟ ਨੂੰ ਕਿ ਮਨੀਸ਼ਾ ਗੁਲਾਟੀ ਦਾ ਪ੍ਰੈਸ਼ਰ ਹੈ, FIR ਕਰਤੀ, ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ। ਚੱਕ ਕੇ ਲੈ ਕੇ ਜਾਊਂਗੀ ਹੋਮ ਚ ਮੈਂ ਉਹਨੂੰ। ਠੀਕ ਸਰ, ਇਟਸ ਮਾਈ ਅਲਟੀਮੇਟਮ ਸਾਰਿਆਂ ਨੂੰ। ਹੁਣ ਤੁਸੀਂ ਮੈਨੂੰ ਇਹ ਜਿਹੜਾ ਇੱਕ ਰਿਕਾਰਡ ਹੈ ਦੱਸੋ, ਯੂ ਨਾਓ ਯੂ ਆਰ ਫ੍ਰੀ ਫਰੋਮ ਇਲੈਕਸ਼ਨ ਡਿਊਟੀ। ਤੁਹਾਡੇ ਕੋਲ ਜਿੰਨਾ ਸਾਡਾ ਪੈਂਡਿੰਗ ਕੰਮ ਕਿੰਨਾ ਪਿਆ ਤੁਹਾਡੇ ਤੇ ਦੇਖੋ, ਬੜਾ ਸਾਰਾ ਮੈਂ ਸਮਝਦੀ ਹਾਂ ਪ੍ਰੈਸ਼ਰ ਹੈ। ਮੈਂ ਸਿਰਫ ਤੁਹਾਨੂੰ ਦੇਖੋ ਇੱਥੇ ਮੈਨੂੰ ਕੰਪਲੇਂਟ ਨਹੀਂ ਹੈ, ਪਰ ਮੈਨੂੰ ਕੰਪਲੇਂਟ ਲੋਕਾਂ ਨੂੰ ਲੈ ਕੇ ਸਾਡੀ ਡਿਊਟੀ ਬੰਦੀ ਲੋਕਾਂ ਦੀ ਸੈਟੀਸਫੈਕਸ਼ਨ ਕਰਾਣਾ। ਮੈਂ ਇਕੱਲੀ ਹੀ ਕਿਉਂ, ਮੈਂ ਹੀ ਕਿਉਂ, ਸਾਰਿਆਂ ਨੂੰ ਜਸਟਿਸ ਮੈਂ ਹੀ ਕਿਉਂ ਦਾ, ਜੋ ਇੱਕ ਡਿਊਟੀ ਬੰਦੀ ਪੁਲਿਸ ਦੀ ਮੈਂ ਹੀ ਕਿਉਂ। ਫਿਰ ਲੋਕੀ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ, ਲੋਕਾਂ ਦੀ ਜਿਹੜੀ ਇੱਕ ਐਕਸਪੈਕਟੇਸ਼ਨਸ ਪੁਲਿਸ ਡਿਪਾਰਟਮੈਂਟ ਤੋਂ ਨੇ, ਉਹ ਜਿਹੜੀ ਇੱਕ ਹੋਪ ਲੈ ਕੇ ਆਉਂਦੇ ਨੇ, ਉਸ ਹੋਪ ਵਿੱਚ 70 to 80% ਸੈਟੀਸਫੈਕਸ਼ਨ ਪਬਲਿਕ ਦੀ ਹੋਣੀ ਚਾਹੀਦੀ, ਜੋ ਨਹੀਂ ਹੋ ਰਹੀ। ਸਾਡੇ ਤੋਂ ਲੋਕੀ 100 ਚੋਂ 100 ਚਾਹੁੰਦੇ ਨੇ ਕਿ ਤੁਸੀਂ 100 ਤੋਂ 100% ਕਮਿਸ਼ਨ ਨਹੀਂ ਦੇਵੇ। ਮੇਰੇ ਵੀ ਇਨਵੈਸਟੀਗੇਸ਼ਨ ਏਜੰਸੀ ਪੁਲਿਸ ਹੀ ਹੈ। ਆਮ ਹੈਲਪਲੈਸ, ਬਹੁਤ ਹੈਲਪਲੈਸ ਫੀਲ ਕਰਦੀ ਹਾਂ ਮੈਂ। ਸਿਰਫ ਤੇ ਸਿਰਫ ਇੱਕ ਸਪੋਰਟ ਹੈ ਲੋਕਾਂ ਦਾ, ਮੀਡੀਆ ਦਾ, ਚਲੋ ਕੰਮ ਕਰੀ ਜਾ ਰਹੇ ਆ, ਪਰ ਇਨਪੁਟ ਵੀ ਡਿਪਾਰਟਮੈਂਟ ਵੱਲੋਂ ਮੈਨੂੰ ਸਟਰੋਂਗ ਇਨਪੁਟ ਚਾਹੀਦਾ। ਅੱਗੇ ਤੋਂ ਕੋਈ ਆਂਦੀ ਨਹੀਂ ਸਪੀਡ ਫੜ ਲਓ। ਮੈਂ ਕਹਿ ਰਹੀ ਹਾਂ ਤੁਸੀਂ ਨਾ, ਮੈਂ ਤੁਹਾਨੂੰ ਇੱਕ ਸੁਜੈਸ਼ਨ ਦੇਣੀ ਆ। ਤੁਸੀਂ ਹੁਣ ਜਿੰਨੇ, ਮੈਂ ਸੀਪੀ ਨੂੰ ਵੀ ਲਿਖ ਦਾਂਗੀ, ਤੁਹਾਡੇ ਸੀਪੀ ਸਾਹਿਬ ਨੂੰ, ਅਸੀਂ ਜਿਹੜੇ ਕਾਉਂਸਲਰ ਰੱਖੇ ਹੋਏ ਨੇ ਨਾ, ਕਿੰਨੇ ਟਾਈਮ ਤੋਂ ਨੇ ਸਾਡੇ ਕੋਲ ਜਿਹੜੇ ਪ੍ਰਾਈਵੇਟ ਕਾਉਂਸਲਰ ਨੇ ਲੋਕਾਂ ਦੀ ਕਾਉਂਸਲਿੰਗ ਕਰਨ ਲਈ। ਮੇਰਾ ਇਹ ਮੰਨਣਾ ਹੈ ਮੋਸਟ ਆਫ ਦਾ ਕੇਸਿਸ ਬੱਚੇ ਈਗੋ ਤੇ ਲੈ ਜਾਂਦੇ ਨੇ, ਕਾਉਂਸਲਿੰਗ ਨਾਲ ਵੀ ਸੈਟ ਹੋ ਜਾਂਦੇ। ਸਾਡੇ ਕੋਲ ਕਿੰਨੇ ਹੈਗੇ ਨੇ ਸਰ ਇੱਥੇ ਨਾ ਕੋਵਿਡ ਤੋਂ ਬਾਅਦ ਸਰ ਅੱਗੇ ਆਓ, ਕਿੰਨੇ ਹਾਂ ਬਾਤ ਨਹੀਂ ਹੈ। ਦੇਖੋ ਇੱਕ ਤੇ ਨਾ 10 ਬੰਦਿਆਂ ਦੀ ਟੀਮ ਅਪਾਇੰਟ ਕਰੋ। ਵੀ ਵਿਲ ਆਲਸੋ ਸੁਜੈਸਟ ਯੂ। ਸਾਡੇ ਕੋਲ ਬਹੁਤ ਸਾਰੇ ਲੋਕ, ਕਈ ਕੁਝ ਲੋਕ ਮੀਡੀਆ ਦੇ ਵੀ ਹੈਗੇ ਨੇ ਜਿਹੜੇ ਐਕਚੁਅਲ ਵਿੱਚ ਅੱਛਾ ਕੰਮ ਕਰਦੇ ਨੇ। ਮੈਂ ਉਹਨਾਂ ਦੇ ਨਾਮ ਤੁਹਾਨੂੰ ਦਾਂਗੀ, ਪਾਰਸ਼ਲ ਨਹੀਂ ਹੋਣਗੇ ਉਹ, ਕਿਉਂਕਿ ਮੇਰੇ ਟੱਚ ਵਿੱਚ ਨੇ। ਤੇ ਤੁਸੀਂ ਕੁਝ ਹੋਰ ਡਾਕਟਰਸ, ਤੁਹਾਨੂੰ ਟੀਚਰਸ, ਰਿਟਾਇਰਡ ਪ੍ਰਿੰਸੀਪਲ, ਮੈਂ ਨਾਮ ਭੇਜਾਂਗੀ। ਸੀਪੀ ਸਾਹਿਬ ਨਾਲ ਵੀ ਗੱਲ ਕਰਾਂਗੀ, ਡੀਜੀ ਸਾਹਿਬ ਨਾਲ ਵੀ ਗੱਲ ਕਰਾਂਗੀ। ਤੇ ਇੱਕ ਹੋਮ ਸੈਂਟਰ ਵੱਲੋਂ ਵੀ ਇੱਕ ਬੜਾ ਵੱਡਾ ਸਪੋਰਟ ਸਿਸਟਮ ਆਉਣ ਵਾਲੇ ਟਾਈਮ ਵਿੱਚ ਹੋਮ ਵੱਲੋਂ ਇੱਕ ਆਉਣ ਵਾਲਾ ਸਾਨੂੰ, ਉਹ ਵੀ ਸਾਡੇ ਲਈ ਬੜਾ ਹੈਲਪਫੁਲ, ਪੂਰੇ ਪੰਜਾਬ ਲਈ, ਵੂਮਨਸ ਲਈ ਰਹੇਗਾ। ਤੁਸੀਂ ਨਾ ਇਹ ਹੁਣ ਕਾਉਂਸਲਰ ਰੱਖੋ ਆਪਣੇ ਕੋਲ। ਕੰਪਲੇਂਟ ਜਦੋਂ ਤੁਸੀਂ ਸੁਣ ਲੈਂਦੇ ਹੋ ਨਾ, ਜਿੰਦੇ ਵਿੱਚ ਤੁਹਾਨੂੰ ਲੱਗਦਾ ਹੈ ਨਾ ਕਿ ਕੁਝ ਕ੍ਰਿਮੀਨਲ ਐਕਟੀਵਿਟੀ ਨਹੀਂ ਇਨਵੋਲਵ ਹੈ, ਉਹਨੂੰ ਕਾਉਂਸਲਿੰਗ ਲਈ ਅੱਗੇ ਭੇਜ ਦਿਓ। 2 ਕਾਉਂਸਲਿੰਗ ਕਰੋ, 3 ਕਰੋ। ਔਰ ਜੇ ਤੁਹਾਨੂੰ ਲੱਗਦਾ ਸਰ ਅਸੀਂ ਉਦੋਂ ਸਾਂਝ ਕੇਂਦਰ ਦੇ ਵਿੱਚ ਕਾਉਂਸਲਿੰਗ ਰੱਖੀ ਸੀਗੀ, ਉਹ ਅਸੀਂ ਇਸੇ ਤਰ੍ਹਾਂ ਜਿਸ ਤਰ੍ਹਾਂ ਜਨਾਬ ਨੇ ਕਹਿ ਰਿਹਾ ਇਸੇ ਤਰ੍ਹਾਂ ਹੀ ਸਰ ਅਸੀਂ ਕਰਦੇ ਸੀ। ਫਿਰ ਅਸੀਂ ਪਰਚਾ ਰਿਕਮੈਂਡ ਕਰਦੇ ਸੀ, ਅਦਰਵਾਈਜ਼ ਨਹੀਂ ਸੀ ਕਰਦੇ। ਬਾਕੀ ਪਰ ਮੈਂ ਚਲੋ ਮੈਂ ਤੁਹਾਨੂੰ ਪਹਿਲੇ ਵੀ ਕਿਹਾ, ਮੈਂ ਜਲੰਧਰ ਦੀ ਗੱਲ ਨਹੀਂ ਸਿਰਫ ਕਰ ਰਹੀ, ਮੇਰੇ ਕੋਲ ਹੁਣ ਨਾ ਰੋਜ਼ ਦੀਆਂ ਪੂਰੇ ਪੰਜਾਬ ਦੀ ਗੱਲ ਕਰ ਰਹੀ ਹਾਂ। ਰੋਜ਼ ਦੀ 2-4 ਕੰਪਲੇਂਟਸ ਇਸ ਤਰ੍ਹਾਂ ਦੀਆਂ ਨੇ ਕਿ ਮੈਡਮ ਤੁਹਾਡੇ, ਉਹ ਕਹਿੰਦੇ ਮੈਡਮ ਦਾ ਬੜਾ ਪ੍ਰੈਸ਼ਰ ਹੈ, FIR ਕਿਉਂ FIR? ਮੈਂ ਕਦੀ ਵੀ ਨਹੀਂ ਲਿਖੀ। ਮੈਨੂੰ ਉਹ ਚੀਜ਼ਾਂ ਤੰਗ ਕਰ ਰਹੀ, ਕੁੜੀਆਂ FIR ਲੈ ਕੇ, ਮੁੰਡੇ ਵਾਲੇ FIR। ਮੈਡਮ ਸਾਡਾ ਹੁਣ ਪੈਚਅਪ ਕਰਾ ਦਿਓ, ਕਿਵੇਂ ਕਰਾਓ? ਮੈਨੂੰ ਇੰਨਾ ਕਾਉਂਸਲਿੰਗ ਕਰਨੀ ਪੈਂਦੀ, ਇੱਕ ਕੇਸ ਵਿੱਚ ਹੀ ਪੂਰਾ ਦਿਨ ਲੱਗ ਜਾਂਦਾ, ਸਮਝਾਉਣਾ ਪੈਂਦਾ, ਮੁੰਡੇ ਵਾਲਿਆਂ ਨੂੰ ਸਮਝਾਉਣਾ ਪੈਂਦਾ, ਨਹੀਂ ਇਹਦਾ ਕੰਸਰਨ ਹੈ ਨਹੀਂ ਸੀ, ਬਾਈ ਮਿਸਟੇਕ ਹੋ ਗਿਆ। ਤੇ ਇਹ ਮੇਰੀ ਹਰਾਸਮੈਂਟ ਹੋ ਰਹੀ ਹੈ, ਔਰ ਮੇਰੀ ਹਰਾਸਮੈਂਟ ਫਿਰ ਕੌਣ ਕਰ ਰਿਹਾ? ਡਿਪਾਰਟਮੈਂਟ ਕਰ ਰਿਹਾ। ਮੈਨੂੰ ਇਹ ਬੜਾ ਸਖਤ ਆਬਜੈਕਸ਼ਨ ਹੈ, ਤੇ ਮੈਂ ਚਾਹੁੰਦੀ ਹਾਂ ਇਸ ਚੀਜ਼ ਨੂੰ ਮੈਂ ਜ਼ਿਆਦਾ ਨਾ, ਇਸ ਚੀਜ਼ ਨੂੰ ਚੁੱਕਾ, ਇਹਦੇ ਤੇ ਕੰਟਰੋਲ ਪਾ ਲਿੱਤਾ ਜਾਏ। ਮੇਰਾ ਨਾਮ ਮਿਸਯੂਜ਼ ਇਸ ਤਰ੍ਹਾਂ, ਕਿਉਂਕਿ ਮੇਰਾ ਕੰਸਰਨ ਹਮੇਸ਼ਾ ਤੋਂ ਕਿ ਕਿਸੇ ਕੁੜੀ ਦਾ ਘਰ ਨਾ ਟੁੱਟੇ, ਕੋਈ ਮਾਂ ਦੀ ਅੱਖਾਂ 'ਚ ਆਂਸੂ ਨਾ ਆਏ। ਪ੍ਰੋਬਲਮਸ ਹੋ ਰਹੀਆਂ ਨੇ, ਬੱਚੇ ਬੈਲੈਂਸ ਨਹੀਂ ਕਰ ਪਾ ਰਹੇ, ਪੇਰੈਂਟਸ ਵੀ ਇਨਫਲੂਐਂਸ ਹੋ ਰਹੇ ਨੇ, ਵੱਡੇ ਨੂੰ ਜ਼ਿਆਦਾ ਕਰ, ਛੋਟੇ ਨੂੰ ਨਾ ਕਰ। ਤੇ ਆਪਾਂ ਚੀਜ਼ਾਂ ਨੂੰ ਠੀਕ ਕਰ ਸਕਦੇ ਹਾਂ। ਜੇ ਮੈਂ ਕਰ ਸਕਦੀ ਹਾਂ ਤਾਂ ਡਿਪਾਰਟਮੈਂਟ ਕਿਉਂ ਨਹੀਂ? ਹਾਂਜੀ ਮੈਂ ਕਰ ਸਕਦੀ ਹਾਂ ਤੇ ਡਿਪਾਰਟਮੈਂਟ ਵੀ ਤੇ ਕਰ ਸਕਦਾ ਨਾ। ਤੁਹਾਨੂੰ ਤਾਂ ਜ਼ਿਆਦਾ ਐਕਸਪੀਰੀਅੰਸ ਹੈ, ਮੈਨੂੰ ਤਾਂ 4 ਸਾਲ ਹੋਏ ਨੇ ਆਏ ਕਮਿਸ਼ਨ, ਮੈਨੂੰ ਕੋਈ ਐਕਸਪੀਰੀਅੰਸ ਨਹੀਂ ਸੀ।
ਪਰ ਮੈਂ ਹੈਂਡਲ ਕਰ ਲਿਆ। ਪਰ ਤੁਸੀਂ ਤੇ ਬੈਟਰ ਐਕਸਪੀਰੀਅੰਸ ਹੈ ਤੁਹਾਨੂੰ, ਤੇ ਤੁਸੀਂ ਇਹ ਕੰਪਲੇਂਟ ਦਾ ਮੈਨੂੰ ਹੁਣ ਜਲਦੀ ਕਿੰਨੇ ਦਿਨ ਵਿੱਚ ਕਰਕੇ ਦੇ ਦੋਗੇ? ਸਰ ਇਹਨੂੰ ਥੋੜਾ ਜਿਹਾ VIP ਡਿਊਟੀ ਆਈ ਨਹੀਂ, ਹੁਣ ਅਲੱਗੇ ਕਾਊਂਟਿੰਗ ਹੈ। 10 ਤਰੀਕ ਤੋਂ ਬਾਅਦ ਹੀ ਗੱਲ ਕਰ ਰਹੀ ਹਾਂ ਮੈਂ। 10 ਤੱਕ ਮੈਨੂੰ ਪਤਾ ਸਭ ਲੋग ਬਿਜ਼ੀ ਹੋ। ਮੈਂ ਅੱਜ ਇੱਕ ਕੇਸ ਦੇ ਸਿਲਸਿਲੇ ਸਪੈਸ਼ਲ ਆਈ ਸੀ, ਮੇਰੀ ਇਹ ਵਿਜ਼ਿਟ ਵੀ ਸੀ ਕਿਉਂਕਿ ਜਲੰਧਰ ਕੁਝ ਏਦਾਂ ਦੇ ਕੇਸਿਸ ਹੈਗੇ ਨੇ ਕਿ ਜਿਹੜੇ ਪੈਂਡਿੰਗ ਪਏ ਹੋਏ ਤੇ ਸੋ ਮੈਂ ਕਿ ਅੱਜ ਵਿਮਨ ਸੈੱਲ ਵਿੱਚ ਸਾਰਿਆਂ ਨੂੰ ਬੁਲਾ ਲਿਆ। ਤੁਸੀਂ ਮੈਨੂੰ ਇਹ ਇਲੈਕਸ਼ਨ ਡਿਊਟੀ ਤੋਂ ਬਾਅਦ 15 ਦਿਨ ਇਨਫ, 15 ਡੇਜ਼ ਇਨਫ ਨੇ? ਦੇ ਦਾਂਗੇ ਸਰ। ਮੈਂ ਇਹ ਨਹੀਂ ਕਹਿ ਰਹੀ ਸਪੈਸ਼ਲੀ ਮੇਰੇ ਕਮਿਸ਼ਨ ਦੇ ਕੇਸਿਸ, ਸਾਰੇ ਜਿੰਨੇ ਵੀ ਸਰ ਸਾਰਿਆਂ ਨੂੰ ਫਾਇਦਾ ਪਰ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿੰਦੀ ਆ, ਮੈਂ ਸਾਰੀ ਜਗ੍ਹਾ ਤੇ ਬਾਰ-ਬਾਰ ਜਾ ਕੇ ਕਹਿੰਦੀ ਆ ਕਿਉਂਕਿ ਮੈਨੂੰ ਪਤਾ ਹੈ ਪੋਲੀਟੀਕਲ ਇਨਫਲੂਐਂਸ ਬਹੁਤ ਜ਼ਿਆਦਾ ਵੱਧ ਗਿਆ ਹੈ। ਪੋਲੀਟੀਕਲ ਇਨਫਲੂਐਂਸ ਵਾਲੇ ਕੇਸ ਸਿਰਫ ਤੇ ਸਿਰਫ ਮੈਨੂੰ ਤੁਸੀਂ ਫਾਰਵਰਡ ਕਰ ਦਿਓ, ਉਹ ਬੈਂਡ ਮੈਂ ਹੀ ਵਜਾਵਾਂਗੀ, ਉਹ ਤੁਸੀਂ ਲੋਕ ਹੈਂਡਲ ਨਹੀਂ ਕਰੋਗੇ। ਚਾਹੇ ਉਹ ਮੁੰਡਾ ਹੋਵੇ ਚਾਹੇ ਲੜਕੀ ਹੋਵੇ, ਉਹ ਮੇਰੇ ਕੋਲ ਹੀ ਭੇਜੋ, ਉਹ ਮੈਂ ਹੈਂਡਲ ਕਰਾਂਗੀ। ਔਰ ਆਈ ਪ੍ਰੋਮਿਸ ਯੂ ਕਿ ਕਿਸੇ ਦਾ ਕੋਈ ਨਾਮ ਨਹੀਂ ਮੈਂਸ਼ਨ ਹੋਏਗਾ। ਆਈ ਵਿਲ ਹੈਂਡਲ ਮਾਈ ਸੈਲਫ, ਠੀਕ ਹੈ? ਮੈਂ ਨਹੀਂ ਚਾਹੁੰਦੀ ਕਿਸੇ ਦੇ ਬੱਚੇ ਦੇ ਨਾਲ, ਚਾਹੇ ਉਹ ਮੇਲ ਹੋਏ ਫੀਮੇਲ ਹੋਏ, ਜੰਮਿਆ ਇੱਕ ਔਰਤ ਨਹੀਂ ਹੈ। ਇਹ ਚੀਜ਼ ਸਾਨੂੰ ਹਮੇਸ਼ਾ ਧਿਆਨ 'ਚ ਰੱਖਣੀ ਹੈ, ਠੀਕ ਹੈ? ਰਿਪੋਰਟ ਦੇ ਦਿਓ ਤੁਸੀਂ ਮੈਨੂੰ, ਲਿਖ ਕੇ ਆਈਏ। ਹੋਰ ਇਹ ਸਭ ਕੀ ਹੈ ਸਰ? ਸਾਡੀ ਉਹ ਡੈਰੀ ਹੈ ਨਾ, ਜਿਹੜੇ ਮੁਕੱਦਮਿਆਂ ਦੀ ਸਾਡੀ ਸਾਰੇ ਜਿਹੜੇ ਚੱਲ ਰਹੇ ਨੇ ਕੁਝ। ਆਈ ਟਰਸਟ ਯੂ, ਮੈਨੂੰ ਪਤਾ ਯੂ ਬੋਥ ਆਰ ਗੁੱਡ, ਪਰ ਔਨ ਸਪੀਡ ਇਲੈਕਸ਼ਨ ਡਿਊਟੀ ਤੋਂ ਬਾਅਦ ਆਪਾਂ ਸਪੀਡ ਸਰ ਇਹ ਜਿਹੜਾ ਕੰਪਲੇਂਟ ਜਿਸ ਤਰ੍ਹਾਂ आपने ਕਿਹਾ ਕੰਪਲੇਂਟ ਫਿਜ਼ੀਕਲ ਪ੍ਰੈਸ਼ਰ ਸਰ ਅਸੀਂ ਕੰਪਲੇਂਟਸ ਦੇ ਵੀ ਨੰਬਰ ਲਾ ਕੇ ਆਉਂਦਾ, ਉਹ ਤੁਹਾਨੂੰ ਨਾਮ ਭੇਜ ਸਕਦੇ ਹਾਂ ਸਰ? ਕੰਪਲੇਂਟ ਜਿਹੜੀ ਉਹਦੀ ਨਹੀਂ, ਉਹ ਜਿਹੜੀ ਗੱਲ ਉਹਨਾਂ ਨੇ ਕਹੀ ਉਹ ਮੈਂ ਇਹਨਾਂ ਨੂੰ ਪਤਾ ਹੈ, ਨੰਬਰ ਲੱਗ ਕੇ ਆਏ ਵਾਲਾ ਕੋਈ ਨਹੀਂ ਭੇਜ ਸਕਦੇ ਤੁਸੀਂ। ਸਰ ਮੈਂ ਸਮਝ ਗਈ। ਕੰਪਲੇਨੈਂਟ ਨੂੰ ਗਾਈਡ ਕਰੋ, ਠੀਕ ਹੈ ਸਰ, ਮੇਰੇ ਨਾਮ ਤੋਂ ਮੈਨੂੰ। ਠੀਕ ਹੈ ਸਰ। ਮੈਨੂੰ ਆਂਦੀਆਂ ਨੇ, ਐ ਨਹੀਂ ਮੈਨੂੰ ਪੰਜਾਬ ਦੇ ਬੜੇ ਸਾਰੇ ਵੂਮਨ ਸੈੱਲ ਤੋਂ ਕੰਪਲੇਂਟ ਆਂਦੀਆਂ ਨੇ। ਮੈਂ ਬਹੁਤ ਸਹਿਯੋਗ ਤੁਹਾਨੂੰ ਲੋਕਾਂ ਨੂੰ ਕਰਨੀ ਆ, ਮੈਨੂੰ ਕੋਈ ਸਹਿਯੋਗ ਜੋ ਮੈਂ ਚਾਹਨੀ ਆ, ਮੈਂ ਜੋ ਚਾਹਨੀ ਆ ਹੋਣਾ ਚਾਹੀਦਾ। ਮੇਰੇ ਨਾਮ ਦਾ ਮਿਸਯੂਜ਼ ਨਾ ਕਰੋ। ਲੋਕ ਬਹੁਤ ਭੋਲੇ ਵਾਲੇ ਨੇ, ਬੜੀ ਉਮੀਦਾਂ ਲੈ ਕੇ ਆਉਂਦੇ ਨੇ। ਹੁਣ ਹੋਏ ਨਾ ਕੁਛ ਏਦਾਂ ਦਾ ਨਾ ਹੋਏ। ਜੋ ਵੀ ਗੱਲ ਹੈ ਸਪਸ਼ਟ ਲੋਕਾਂ ਦੇ ਨਾਲ ਸਾਫ਼ ਕਰੋ। ਸਾਡੀ ਕੋਸ਼ਿਸ਼ ਇਹ ਹੈ ਕਿਸੇ ਦਾ ਘਰ ਨਾ ਟੁੱਟੇ ਬਸ। ਅਗੋ ਦੇਖੋ ਬਾਕੀ ਜੋ ਉੱਪਰ ਵਾਲੇ ਦੀ ਇੱਛਾ, ਬੱਚੇ ਐਰੋਗੈਂਟ ਹੋ ਜਾਂਦੇ ਨੇ। ਕਈ ਲੋਕ ਸਾਡੇ ਕੋਲੋਂ ਵੀ ਨਹੀਂ ਮੰਨਦੇ, ਮੈਂ ਨਹੀਂ ਕਹਿੰਦੀ, ਮੇਰੇ ਕੋਲ ਵੀ ਕਈ ਲੋਕ ਆ ਕੇ ਮੰਨਦੇ ਹੀ ਨਹੀਂ ਜੀ ਨਹੀਂ, ਫਿਰ ਕੋਰਟ 'ਚ ਦੇਖਾਂਗੇ। ਠੀਕ ਹੈ, ਫਿਰ ਦੇਖੋ ਜਾਓ ਕੋਰਟ 'ਚ ਦੇਖੋ। ਫਿਰ ਇਹ ਕੇਸ ਜਿਹੜੇ ਸਾਰੇ ਰਜਿਸਟਰਡ ਹੋਏ ਆ ਨਾ, ਇਹ ਸਰ ਉਹ ਹੀ ਆ ਜਨਾਵਰਾਂ ਦੀ ਜੋ ਡੀਲਿੰਗ ਕਹਿ ਰਹੀ ਆ। ਜਦੋਂ ਮੰਨਦੇ ਨਹੀਂ ਨਾ, ਸਾਨੂੰ ਵੀ ਸਾਡਾ ਦੁੱਖ ਹੁੰਦਾ ਕਿ ਸਾਹਮਣੇ ਸੀਟ ਤੇ ਬੈਠ ਕੇ ਜਦੋਂ ਕਹਿੰਦੇ ਕਿ ਅਸੀਂ ਨਹੀਂ ਰੱਖਣੀ। ਦੇਖੋ ਇੱਕ ਕੇਸ ਵਿੱਚ ਇੱਕ ਤੇ ਲੜਕੀ ਪ੍ਰੈਗਨੈਂਟ ਹੋਵੇ ਜੀ ਸਰ, ਨਵਾਂ ਵਿਆਹ ਹੋਇਆ ਹੋਵੇ, ਪੈਰੈਂਟਲ ਇਨਫਲੂਐਂਸ ਹੋਵੇ, ਇਹ 3 ਤਰ੍ਹਾਂ ਦੇ ਕੇਸ ਨਾ ਤੁਸੀਂ ਮੈਨੂੰ ਹੀ ਭੇਜੋ। ਇਹ 3 ਤਰ੍ਹਾਂ, ਇਹ ਮੈਨੂੰ ਪਤਾ ਕਿਵੇਂ ਠੀਕ ਕਰਨੇ। ਕੋਈ ਭੈਂਸ ਬੱਕਰੀ ਨਹੀਂ ਹੈ। ਪ੍ਰੈਗਨੈਂਟ ਬਿਸਤਰ ਤੇ ਲੈ ਜਾਓ, ਪ੍ਰੈਗਨੈਂਟ ਕਰਕੇ ਉਹਨੂੰ ਛੋੜ ਦਿਓ। ਹੈ ਪੈਰੈਂਟਲ ਇਨਫਲੂਐਂਸ ਕੋਈ ਮੇਡ ਬਣਾ ਕੇ ਨਹੀਂ ਲਿਆਉਂਦੇ। ਏਦਾਂ ਦੇ ਕੇਸ ਆ ਰਹੇ ਨੇ, ਤੁਸੀਂ ਉਹ ਮੇਰੇ ਤੇ ਸੁੱਟੋ। ਮੈਂ ਬਤੇਰੇ ਕੇਸ ਇਹੋ ਜਿਹੇ ਠੀਕ ਕਰਤੇ ਨੇ। ਇਹਨਾਂ ਨੂੰ ਇੱਕ ਡੀਪ ਕਾਉਂਸਲਿੰਗ ਦੀ ਲੋੜ ਹੁੰਦੀ ਹੈ ਔਰ ਇੱਕ ਕਾਨੂੰਨ ਦੱਸਣ ਦੀ ਲੋੜ ਹੁੰਦੀ ਹੈ ਜੋ ਮੈਂ ਸਮਝਾਨੀ ਆ। ਠੀਕ ਹੈ, ਥੈਂਕ ਯੂ ਸਰ। ਥੈਂਕ ਯੂ। ਸਾਰੇ ਨੂੰ ਸ਼ੇਅਰ ਦੇ ਮੈਂ ਆਗੜ ਕਰ ਦੇਣਾ। ਮੈਮ ਤੁਸੀਂ ਨਹੀਂ